ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਸਾਡਾ ਮਾਰਗ ਦਰਸ਼ਨ ਕਰਦੇ ਨੇ। ਸਾਨੂੰ ਉਸ ਸੱਚ ਨਿਰੰਕਾਰ ਨੂੰ ਮਿਲਣ ਦਾ ਤਰੀਕਾ ਮਹਾਰਾਜ ਦੱਸਦੇ ਨੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਮਾਲਕ ਨੂੰ ਮਿਲਣਾ ਹੈ, ਕਿਸ ਵਿਧੀ ਦੇ ਨਾਲ ਉਸ ਮਾਲਕ ਨੂੰ ਮਿਲਣਾ ਹੈ। ਸਾਰਾ ਤਰੀਕਾ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ ਨੇ। ਅਸੀਂ ਗੁਰਮੁਖ ਪਿਆਰਿਓ, ਮਹਾਰਾਜ ਕਹਿੰਦੇ ਨੇ ਕਿ ਜੇ ਤੁਸੀਂ ਇੱਕ ਕਦਮ ਉਸ ਮਾਲਕ ਵੱਲ ਪੁੱਟਦੇ ਹੋ, ਉਸ ਦੀ ਭਗਤੀ ਕਰਨ ਵੱਲ ਤੁਰਦੇ ਹੋ, ਤਾਂ ਮਾਲਕ ਸਾਨੂੰ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਆਉਂਦਾ ਹੈ। ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ, ਗੁਰ ਚਰਨ ਸ਼ਰਨ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਮਹਾਰਾਜ ਕਹਿੰਦੇ ਵੀ ਉਹ ਜੇ ਆਪਾਂ ਇੱਕ ਕਦਮ ਉਸ ਮਾਲਕ ਵੱਲ ਪੁੱਟਦੇ ਹਾਂ ਤਾਂ ਮਾਲਕ ਅੱਗੋਂ ਕਰੋੜਾਂ ਕਦਮ ਸਾਨੂੰ ਲੈਣ ਵਾਸਤੇ ਆਉਂਦੇ ਨੇ। ਅਤੇ ਗੁਰਮੁਖ ਪਿਆਰੋ, ਜੇ ਆਪਾਂ ਇੱਕ ਕਦਮ ਵੀ ਨਹੀਂ ਪੁੱਟ ਸਕਦੇ ਤਾਂ ਫਿਰ ਮਾਲਕ ਸਾਡੇ 'ਤੇ ਕੀ ਕਿਰਪਾ ਕਰੇ। ਆਪਾਂ ਥੋੜ੍ਹਾ ਬਹੁਤਾ ਤਾਂ ਉਦਮ ਕਰੀਏ, ਕਿਉਂਕਿ ਜੇ ਆਪਾਂ ਥੋੜ੍ਹਾ ਬਹੁਤਾ ਉਦਮ ਕਰਾਂਗੇ ਤਾਂ ਮਾਲਕ ਸਾਡੀ ਬਾਂਹ ਫੜੇਗਾ। ਜੇ ਆਪਾਂ ਉਦਮ ਨਹੀਂ ਕੀਤਾ ਤਾਂ ਮਾਲਕ ਸਾਡੀ ਬਾਂਹ ਕਿਵੇਂ ਫੜੇਗਾ। ਅਤੇ ਮਹਾਰਾਜ ਦੇ ਬਚਨ ਨੇ, ਮਹਾਰਾਜ ਕਹਿੰਦੇ ਜੇ ਤੁਸੀਂ ਭਗਤੀ ਕਰਦੇ ਹੋ, ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਅਤੇ ਫਿਰ ਤੁਸੀਂ ਦੂਸਰਿਆਂ ਦਾ ਵੀ ਭਲਾ ਕਰ ਸਕਦੇ ਹੋ। ਮਹਾਰਾਜ ਕਹਿੰਦੇ ਆ, ਆਪ ਤਰੈ ਸਗਲੇ ਕੁਲ ਤਾਰੈ। ਮਹਾਰਾਜ ਜੇ ਤੁਸੀਂ ਆਪ ਭਗਤੀ ਕਰਕੇ ਤਰ ਜਾਂਦੇ ਹੋ ਤਾਂ ਆਪਣੀ ਸਾਰੀ ਕੁਲ ਨੂੰ ਵੀ ਤਾਰ ਸਕਦੇ ਹੋ, ਹੋਰ ਬਾਕੀ ਜੀਵਾਂ ਨੂੰ ਵੀ ਤਾਰ ਸਕਦੇ ਜੇ ਤੁਸੀਂ ਆਪ ਨਾਮ ਜਪਦੇ ਹੋ। ਅਤੇ ਗੁਰਮੁਖ ਪਿਆਰੇ, ਜੇ ਆਪਾਂ ਨਾਮ ਨਹੀਂ ਜਪਦੇ ਆਪਾਂ ਕਿਵੇਂ ਕਿਸੇ ਦਾ ਭਲਾ ਕਰ ਸਕਦੇ ਹਾਂ। ਕਿਉਂਕਿ ਜੇ ਆਪਾਂ ਨਾਮ ਜਪਿਆ ਹੋਏਗਾ, ਮਾਲਕ ਦੇ ਨਾਲ ਸਾਡੀ ਪ੍ਰੀਤ ਹੋਏਗੀ, ਫਿਰ ਆਪਾਂ ਉਸ ਮਾਲਕ ਤੋਂ ਕਿਸੇ ਦੇ ਪ੍ਰਤੀ ਵੀ ਅਰਦਾਸ ਕਰਕੇ ਉਸ ਦਾ ਭਲਾ ਕਰਵਾ ਸਕਦੇ ਹਾਂ। ਸੋ ਗੁਰਮੁਖ ਪਿਆਰਿਓ, ਆਪਾਂ ਪਹਿਲਾਂ ਆਪ ਨਾਮ ਜਪੀਏ, ਆਪ ਉਸ ਮਾਲਕ ਨਿਰੰਕਾਰ ਦਾ ਸਿਮਰਨ ਕਰੀਏ, ਫਿਰ ਆਪਾਂ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ, ਉਹਨਾਂ ਦਾ ਭਲਾ ਕਰ ਸਕਦੇ ਹਾਂ। ਸੋ ਗੁਰਮੁਖ ਪਿਆਰਿਓ, ਦਾਸ ਦਾ ਇੱਕ ਛੋਟਾ ਜਿਹਾ ਪ੍ਰੈਕਟੀਕਲ ਹੈ, ਉਹ ਆਪ ਸੰਗਤਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਇਸ ਕਰਕੇ ਕਿ ਸ਼ਾਇਦ ਕਿਸੇ ਦਾ ਮਨ ਬਦਲ ਜਾਵੇ ਉਸ ਮਾਲਕ ਨਿਰੰਕਾਰ ਦੀ ਭਗਤੀ ਕਰਨ ਵਾਸਤੇ। ਆਪਾਂ ਦਾ ਵੀ ਮਨ ਬਣ ਜਾਵੇ ਕਿ ਅਸੀਂ ਵੀ ਭਗਤੀ ਕਰੀਏ। ਸੋ ਗੁਰਮੁਖ ਪਿਆਰਿਓ, ਦਾਸ ਸ੍ਰੀਨਗਰ ਦੇ ਵਿੱਚ ਕੰਮ ਕਰਦਾ ਹੈ ਲੱਕੜ ਦਾ। ਅਤੇ ਗੁਰਮੁਖ ਪਿਆਰਿਓ, 2-3 ਮਹੀਨੇ ਪਹਿਲਾਂ ਦੀ ਗੱਲ ਹੈ ਕਿ ਦਾਸ ਆਪਣੇ ਘਰ ਤੋਂ ਸ੍ਰੀਨਗਰ ਨੂੰ ਆ ਰਿਹਾ ਸੀ। ਅਤੇ ਗੁਰਮੁਖ ਪਿਆਰਿਓ, ਰਸਤੇ ਵਿੱਚ ਜੰਮੂ ਜਦੋਂ ਆ ਕੇ, ਜੰਮੂ ਤੋਂ ਫਿਰ ਇੱਕ ਸਟੇਸ਼ਨ ਪੈਂਦਾ ਹੈ ਬਨਿਹਾਲ, ਉੱਥੋਂ ਆ ਕੇ ਟ੍ਰੇਨ ਫੜਨੀ ਸੀ। ਅਤੇ ਗੁਰਮੁਖ ਪਿਆਰਿਓ, ਜਦੋਂ ਆਪਾਂ ਉਸ ਬਨਿਹਾਲ ਪਹੁੰਚੇ ਅਤੇ ਟ੍ਰੇਨ ਦੇ ਵਿੱਚ ਬੈਠੇ ਆਪਾਂ, ਅਤੇ ਟ੍ਰੇਨ ਜਦੋਂ ਤੁਰੀ ਅਤੇ ਗੁਰਮੁਖ ਪਿਆਰਿਓ, ਇੱਕ ਬਿਹਾਰ ਦਾ ਬੰਦਾ ਸੀ, ਉਹ ਆਪਣੀ ਫੈਮਿਲੀ ਨੂੰ ਲੈ ਕੇ ਗੁਰਮੁਖ ਪਿਆਰਿਓ ਸ੍ਰੀਨਗਰ ਜਾ ਰਿਹਾ ਸੀ, ਕਸ਼ਮੀਰ ਵਿੱਚ ਜਾ ਰਿਹਾ ਸੀ। ਉਸਦੇ ਬੱਚੇ ਵੀ ਸਨ ਨਾਲ, 2 ਛੋਟੇ ਛੋਟੇ ਜਵਾਕ ਸੀ, ਔਰ ਘਰਵਾਲੀ ਸੀ ਨਾਲ। ਅਤੇ ਗੁਰਮੁਖ ਪਿਆਰਿਓ, ਜਿੱਦਾਂ ਟ੍ਰੇਨ ਤੁਰਦੀ ਹੈ ਅਤੇ ਉਸ ਟ੍ਰੇਨ ਤੁਰਨ ਦੇ 5-7 ਮਿੰਟ ਬਾਅਦ ਜੋ ਉਸ ਮਨੁੱਖ ਦੀ ਬੇਟੀ ਸੀ, ਛੋਟੀ ਸੀ ਬੱਚੀ ਸੀ, 2-3 ਮਹੀਨਿਆਂ ਦੀ, 2-3 ਸਾਲ ਦੀ ਬੱਚੀ ਸੀ। ਅਤੇ ਗੁਰਮੁਖ ਪਿਆਰਿਓ, ਉਹ ਫਿਰ ਰੋਣ ਲੱਗ ਪਈ, ਕਹਿੰਦੀ ਮੈਂ ਦੁਕਾਨ 'ਤੇ ਜਾਣਾ, ਮੈਨੂੰ ਮਤਲਬ ਕੁਝ ਖਾਣ ਨੂੰ ਲੈ ਕੇ ਦਿਓ। ਅਤੇ ਗੁਰਮੁਖ ਪਿਆਰਿਓ, ਉਹ ਬਹੁਤ ਵਿਚਾਰੀ ਇੰਨਾ ਰੋਏ, ਬਹੁਤ ਜ਼ਿਆਦਾ ਉਹ ਰੋਏ, ਕਿਉਂਕਿ ਉਹ ਬੱਚੀ ਸੀ, ਉਸ ਨੂੰ ਸਮਝ ਨਹੀਂ ਸੀ ਵੀ ਟ੍ਰੇਨ ਚੱਲ ਰਹੀ ਆ। ਉਹ ਕਹਿੰਦੀ ਨਹੀਂ, ਮੈਂ ਦੁਕਾਨ 'ਤੇ ਜਾਣਾ ਹੈ। ਅਤੇ ਗੁਰਮੁਖ ਪਿਆਰਿਓ, ਉਹ ਵੀ ਜਿਹੜਾ ਇਨਸਾਨ ਸੀ ਉਹ ਵੀ ਪਰੇਸ਼ਾਨ ਹੋ ਗਿਆ ਕਿ ਮੈਂ ਹੁਣ ਕੀ ਕਰਾਂ। ਮਤਲਬ ਬੱਚੀ ਚੁੱਪ ਨਹੀਂ ਕਰ ਰਹੀ ਸੀ, ਘੱਟੋ ਘੱਟ ਉਹ ਬੱਚੀ ਅੱਧਾ ਘੰਟਾ ਰੋਂਦੀ ਰਹੀ, ਸਾਰੇ ਪਰੇਸ਼ਾਨ ਹੋ ਕੇ ਕਿ ਹੁਣ ਟ੍ਰੇਨ ਰੁਕੇਗੀ ਅਤੇ ਫਿਰ ਹੀ ਕੁਝ ਲੈ ਕੇ ਦੇਗਾ। ਅਤੇ ਗੁਰਮੁਖ ਪਿਆਰਿਓ, ਜਿਹੜੇ ਇੱਧਰ ਸ੍ਰੀਨਗਰ ਨੂੰ ਆਉਂਦੇ ਨੇ, ਜਿਹੜੇ ਵੀਰ, ਜਿਹੜੀ ਸੰਗਤ, ਜੋ ਆਪਣੇ ਵੀਰ ਭਰਾ ਇਸ ਸ੍ਰੀਨਗਰ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਹੋਏਗੀ ਕਿ ਸ੍ਰੀਨਗਰ ਦੇ ਸਟੇਸ਼ਨ ਦੇ ਵਿੱਚ ਜਦੋਂ ਟ੍ਰੇਨ ਚੱਲਦੀ ਹੈ, ਉਸ ਸਟੇਸ਼ਨ ਦੇ ਵਿੱਚ ਕੋਈ ਮਤਲਬ ਐਸਾ ਦੁਕਾਨ ਨਹੀਂ ਆਉਂਦੀ ਕਿ ਜਿੱਥੋਂ ਆਪਾਂ ਕੁਝ ਲੈ ਕੇ ਖਾ ਸਕਦੇ ਹਾਂ। ਗੁਰਮੁਖ ਪਿਆਰਿਓ, ਪਹਾੜੀ ਏਰੀਏ ਦੇ ਵਿੱਚ ਐਸੀਆਂ ਦੁਕਾਨਾਂ ਨਹੀਂ ਹੈ। ਅਤੇ ਉਹ ਗੁਰਮੁਖ ਪਿਆਰਿਓ, ਬਹੁਤ ਬੱਚੀ ਰੋਏ।
ਤੇ ਦਾਸ ਨੂੰ ਸੀਟ ਨਹੀਂ ਸੀ ਮਿਲੀ। ਵੈਸੇ ਖੜ੍ਹੇ ਸੀ ਅਸੀਂ, ਤੇ ਗੁਰਮੁਖ ਪਿਆਰਿਓ ਫਿਰ ਮਹਾਰਾਜ ਦੀ ਕਿਰਪਾ ਹੋਈ ਐਸੀ ਕਿ ਉਹਨਾਂ ਨੇ ਮਨ ਦੇ ਵਿੱਚ ਐਸਾ ਫੁਰਨਾ ਬਣਾ ਦਿੱਤਾ, ਐਸੀ ਉਹਨਾਂ ਨੇ ਬਖਸ਼ਿਸ਼ ਕਰ ਦਿੱਤੀ ਕਿ ਆਪਾਂ ਮਹਾਂਪੁਰਸ਼ਾਂ ਤੋਂ ਬਚਨ ਸੁਣੇ ਸੀ ਕਿ ਜੇ ਆਪਾਂ ਨਾਮ ਜਪਦੇ ਹਾਂ ਆਪਾਂ ਕਿਸੇ ਦਾ ਵੀ ਭਲਾ ਕਰ ਸਕਦੇ ਹਾਂ। ਤੇ ਗੁਰਮੁਖ ਪਿਆਰਿਓ ਜੈਸੇ ਬਚਨ ਮਹਾਂਪੁਰਸ਼ਾਂ ਦੇ ਆਪਾਂ ਸੁਣੇ ਸੀ, ਆਪਾਂ ਉਸੇ ਤਰੀਕੇ ਦੇ ਨਾਲ, ਉਸ ਵਿਧੀ ਦੇ ਨਾਲ ਆਪਾਂ ਦੇ ਮਨ ਦੇ ਵਿੱਚ ਇਹ ਫੁਰਨਾ ਆ ਗਿਆ ਕਿ ਆਪਾਂ ਵੀ ਇਸ ਬੱਚੀ ਦੀ ਮਦਦ ਕਰ ਸਕਦੇ ਹਾਂ। ਇਸ ਬੱਚੀ ਦਾ ਜਿਹੜਾ ਹੈ ਉਹ ਜਿਹੜਾ ਦੁੱਖ ਦੇਖਿਆ ਨਹੀਂ ਗਿਆ ਵਾਹਿਗੁਰੂ ਜੀ। ਤੇ ਫਿਰ ਆਪਾਂ ਨੇ ਇਹ ਸੋਚਿਆ ਕਿ ਜਿੱਦਾਂ ਮਹਾਂਪੁਰਸ਼ਾਂ ਨੇ ਕਿਹਾ ਸੀ ਆਪਾਂ ਉੱਦਾਂ ਕਰਕੇ ਦੇਖ ਲੈਂਦੇ ਹਾਂ। ਜੇ ਮਾਲਕ ਨਿਰੰਕਾਰ ਕਿਰਪਾ ਕਰ ਦੇਗਾ ਤੇ ਚੰਗਾ ਆ, ਨਹੀਂ ਤੇ ਅਸੀਂ ਕਿਹੜਾ ਕਿਸੇ ਨੂੰ ਦੱਸਣਾ ਆ, ਅਸੀਂ ਕਿਹੜਾ ਕਿਸੇ ਨੂੰ ਦੱਸ ਕੇ ਆਪਾਂ ਇਹ ਕਰਮ ਕਰਨਾ ਸੀ। ਗੁਰਮੁਖ ਪਿਆਰਿਓ ਦਾਸ ਨੇ ਜਿਵੇਂ ਮਹਾਂਪੁਰਸ਼ਾਂ ਨੇ ਦੱਸਿਆ ਸੀ ਉਵੇਂ ਆਪਾਂ 5-7 ਮਿੰਟ ਆਪਣੇ ਨੇਤਰ ਬੰਦ ਕਰਕੇ ਸਿਮਰਨ ਕੀਤਾ। ਉਹ ਜਿੱਦਾਂ ਸਿਮਰਨ ਕੀਤਾ ਤੇ ਗੁਰਮੁਖ ਪਿਆਰਿਓ ਆਪਣੀ ਦ੍ਰਿਸ਼ਟੀ ਉਸ ਬੱਚੀ ਦੇ ਉੱਪਰ ਪਾਈ ਤੇ ਗੁਰਮੁਖ ਪਿਆਰਿਓ ਯਕੀਨ ਜਾਣਿਓ 2-3 ਮਿੰਟਾਂ ਦੇ ਵਿੱਚ ਉਹ ਬੱਚੀ ਜਿਹੜੀ ਰੋਂਦੀ ਰੋਂਦੀ ਚੁੱਪ ਕਰ ਗਈ। ਤੇ ਸਾਨੂੰ ਮਾਲਕ ਤੇ ਇੰਨਾ ਭਰੋਸਾ ਵੱਜ ਗਿਆ, ਇੰਨਾ ਮਾਲਕ ਤੇ ਵਿਸ਼ਵਾਸ ਹੋਇਆ ਕਿ ਸੱਚੇ ਪਾਤਸ਼ਾਹ ਤੂੰ ਤੇ ਹਾਜ਼ਰ ਨਾਜ਼ਰ ਹੈ। ਅਸੀਂ ਸ਼ਾਇਦ ਤੈਨੂੰ ਨਹੀਂ ਸੀ ਪਹਿਚਾਣਦੇ, ਤੈਨੂੰ ਨਹੀਂ ਸੀ ਜਾਣਦੇ, ਲੇਕਿਨ ਤੂੰ ਇੰਨਾ ਨੇੜੇ ਵੱਸਦਾ ਹੈ ਜੋ ਸਾਡੀ ਅਰਦਾਸ ਇੰਨੀ ਜਲਦੀ ਸੁਣ ਲਈ। ਗੁਰਮੁਖ ਪਿਆਰੋ ਇਸ ਤਰੀਕੇ ਦੇ ਨਾਲ ਮਾਲਕ ਨਿਰੰਕਾਰ ਬਿਲਕੁਲ ਸਾਡੇ ਨੇੜੇ ਹੈ। ਉਹ ਇੰਨਾ ਨੇੜੇ ਹੈ ਕਿ ਜਿਵੇਂ ਆਪਾਂ ਆਪਣੀਆਂ ਅੱਖਾਂ ਬੰਦ ਕਰਦੇ ਹਾਂ, ਜਿੱਥੇ ਆਪਣੀਆਂ ਅੱਖਾਂ ਬੰਦ ਹੁੰਦੀਆਂ ਨੇ ਨਾ, ਉਸ ਥਾਂ 'ਤੇ ਵੀ ਗੁਰਮੁਖ ਪਿਆਰਿਓ ਅੱਖਾਂ ਬੰਦ ਹੋਣ ਤੋਂ ਪਹਿਲਾਂ ਆਪਾਂ ਨੂੰ ਮਾਲਕ ਦਿਸਦਾ ਹੈ ਔਰ ਅੱਖਾਂ ਖੋਲ੍ਹਣ ਤੋਂ ਪਹਿਲਾਂ ਆਪਾਂ ਨੂੰ ਮਾਲਕ ਨਿਰੰਕਾਰ ਦੇ ਦਰਸ਼ਨ ਹੁੰਦੇ ਨੇ। ਜੇ ਸਾਨੂੰ ਉਹ ਵਿਧੀ, ਉਹ ਤਰੀਕਾ ਜੇ ਸਾਨੂੰ ਉਸ ਮਾਲਕ ਨੂੰ ਦੇਖਣ ਦਾ ਆਉਂਦਾ ਹੋਵੇ। ਸੋ ਗੁਰਮੁਖ ਪਿਆਰਿਓ ਇੰਨੀ ਮਾਲਕ ਨੇ ਕਿਰਪਾ ਕੀਤੀ। ਉਹ ਬੱਚੀ ਫਿਰ ਗੁਰਮੁਖ ਪਿਆਰਿਓ 1.5-2 ਘੰਟੇ ਦਾ ਰਸਤਾ ਸੀ। ਉਹ ਬੱਚੀ ਨੇ ਇੱਕ ਵਾਰੀ ਵੀ ਨਹੀਂ ਬੋਲਿਆ, ਇੱਕ ਵਾਰੀ ਵੀ ਨਹੀਂ ਰੋਈ ਕਿ ਮੈਨੂੰ ਦੁਕਾਨ 'ਤੇ ਜਾਣਾ ਹੈ ਜਾਂ ਮੈਂ ਕੋਈ ਚੀਜ਼ ਲੈਣੀ ਹੈ। ਸੋ ਗੁਰਮੁਖ ਪਿਆਰਿਓ ਉਹ ਸ਼੍ਰੀਨਗਰ ਤੱਕ ਆਏ ਸੀ ਦਾਸ ਦੇ ਨਾਲ, ਮਤਲਬ ਮੇਰੇ ਨਾਲ ਬੋਲੇ ਨਹੀਂ ਵੈਸੇ, ਪਰ ਨਾਲ ਟ੍ਰੇਨ ਦੇ ਵਿੱਚ ਬੈਠੇ ਸੀ ਤੇ ਉੱਥੇ ਸ਼੍ਰੀਨਗਰ ਵਿੱਚ ਆ ਕੇ ਉਹ ਉਤਰੇ ਸੀ। ਤੇ ਗੁਰਮੁਖ ਪਿਆਰਿਓ ਐਸੀ ਮਾਲਕ ਨੇ ਕਿਰਪਾ ਕੀਤੀ, ਦਾਸ ਨੂੰ ਇਹ ਪੂਰਾ ਯਕੀਨ ਹੋ ਗਿਆ ਸੀ ਵੀ ਇਹ ਕਿਰਪਾ ਜਿਹੜੀ ਕੀਤੀ ਹੈ ਉਹ ਮਾਲਕ ਨਿਰੰਕਾਰ ਨੇ ਕੀਤੀ ਹੈ। ਉਸ ਮਾਲਕ ਨਿਰੰਕਾਰ ਦੀ ਹੀ ਕਿਰਪਾ ਸੀ ਗੁਰਮੁਖ ਪਿਆਰਿਓ, ਨਹੀਂ ਤੇ ਅੱਧੇ ਘੰਟੇ ਤੋਂ ਉਹ ਬੱਚੀ ਰੋ ਰਹੀ ਸੀ, ਲੇਕਿਨ ਉਹ ਇਤਨਾ ਵੀ ਚੁੱਪ ਨਹੀਂ ਕੀਤਾ, 2-3 ਮਿੰਟ ਵਾਸਤੇ ਵੀ ਨਹੀਂ ਚੁੱਪ ਕੀਤਾ। ਤੇ ਜਦੋਂ ਮਾਲਕ ਦੇ ਅੱਗੇ ਅਰਦਾਸ ਕੀਤੀ ਅਸੀਂ, ਤੇ ਫਿਰ ਗੁਰਮੁਖ ਪਿਆਰਿਓ ਉਹ ਬੱਚੀ ਦਾ ਜਿਹੜਾ ਰੋਣ ਸੀ ਉਹ ਬਿਲਕੁਲ ਚੁੱਪ ਕਰ ਗਈ। ਔਰ ਉਸਨੇ ਸ਼੍ਰੀਨਗਰ ਤੱਕ 1.5-2 ਘੰਟੇ ਦੇ ਵਿੱਚ ਵੀ ਉਸ ਬੱਚੀ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੈਂ ਦੁਕਾਨ 'ਤੇ ਜਾਣਾ ਹੈ। ਤੇ ਸਾਡੇ ਅੰਦਰੋਂ ਬਹੁਤ ਅਰਦਾਸਾਂ ਨਿਕਲੀਆਂ, ਸੱਚੇ ਪਾਤਸ਼ਾਹ ਸਾਡੇ ਗਰੀਬਾਂ ਦੀ ਵੀ ਬੇਨਤੀ ਸੁਣ ਲਈ ਤੂੰ। ਵੀ ਗੁਰਮੁਖ ਪਿਆਰਿਓ ਇਹ ਤਾਂ ਹੋ ਸਕਦਾ ਹੈ ਜੇ ਆਪਾਂ ਉਸ ਮਾਲਕ ਨਿਰੰਕਾਰ ਦੇ ਨਾਲ ਆਪਣੀ ਪ੍ਰੀਤ ਪਾਈਏ। ਜੇ ਸਾਡੀ ਪ੍ਰੀਤ ਨਹੀਂ ਮਾਲਕ ਦੇ ਨਾਲ, ਅਸੀਂ ਕਿਵੇਂ ਕਿਸੇ ਦਾ ਭਲਾ ਕਰ ਸਕਦੇ ਹਾਂ। ਸੋ ਗੁਰਮੁਖ ਪਿਆਰਿਓ ਆਪ ਸਾਰਿਆਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਉਸ ਮਾਲਕ ਨਿਰੰਕਾਰ ਦਾ ਭਜਨ ਕਰੀਏ, ਸਿਮਰਨ ਕਰੀਏ, ਔਰ ਫਿਰ ਅਸੀਂ ਵੀ ਕਿਸੇ ਦੇ ਵਾਸਤੇ ਆਪਾਂ ਕਿਸੇ ਦਾ ਵੀ ਭਲਾ ਕਰ ਸਕਦੇ ਹਾਂ। ਆਪਣਾ ਤੇ ਭਲਾ ਆਪਣਾ ਹੋਣਾ ਹੀ ਹੋਣਾ ਹੈ। ਨਾਮ ਜਪ ਕੇ ਆਪਾਂ ਕਿਸੇ ਦੇ ਵੀ ਪ੍ਰਤੀ ਆਪਾਂ ਸਿਮਰਨ ਕਰਕੇ ਉਸ ਦਾ ਭਲਾ ਕਰ ਸਕਦੇ ਹਾਂ। ਸੋ ਗੁਰਮੁਖ ਪਿਆਰਿਓ ਆਪਾਂ ਸਾਰੇ ਜੀਵ ਹੀ ਉਸ ਮਾਲਕ ਨਿਰੰਕਾਰ ਦੇ ਚਰਨਾਂ ਨਾਲ ਜੁੜੀਏ, ਕਿਉਂਕਿ ਸਾਨੂੰ ਮਾਲਕ ਨੇ ਇਸੇ ਕਰਕੇ ਹੀ ਇਸ ਸੰਸਾਰ ਦੇ ਉੱਪਰ ਭੇਜਿਆ ਹੈ ਤਾਂ ਜੋ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ। ਆਪਣਾ ਜੀਵਨ ਸਫਲ ਕਰਕੇ ਉਸ ਮਾਲਕ ਦਾ ਨਾਮ ਜਪ ਕੇ ਆਪਣਾ ਜੀਵਨ ਸਫਲ ਕਰ ਸਕੀਏ, ਤਾਂ ਜੋ ਅਸੀਂ ਉਸ ਮਾਲਕ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜ ਜਾਈਏ। ਇਸ ਕਰਕੇ ਗੁਰਮੁਖ ਪਿਆਰਿਓ ਆਪਾਂ ਜੇ ਆਪਣਾ ਜੀਵਨ ਸਵਾਰਨਾ ਚਾਹੁੰਦੇ ਹਾਂ, ਫਿਰ ਆਪਾਂ ਨੂੰ ਮਾਲਕ ਦੇ ਨਾਲ ਇੱਕਮਿਕ ਹੋਣਾ ਪਏਗਾ। ਉਸ ਮਾਲਕ ਦੇ ਨਾਲ ਆਪਾਂ ਦਾ ਪਿਆਰ ਹੋਣਾ ਚਾਹੀਦਾ ਹੈ। ਮਾਲਕ ਸਾਡੇ
ਸਾਨੂੰ ਮਾਲਕ 'ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਕਿ ਸਾਨੂੰ ਲੱਗੇ ਕਿ ਮਾਲਕ ਸਾਡੇ ਅੰਗ ਸੰਗ ਹੈ, ਮਾਲਕ ਸਾਨੂੰ ਦੇਖ ਰਿਹਾ ਹੈ। ਉਸ ਸੱਚੇ ਪਾਤਸ਼ਾਹ ਬਿਲਕੁਲ ਸਾਡੇ ਨਾਲ ਹੀ ਹੈ, ਕਿਉਂਕਿ ਅਸੀਂ ਸਾਰੇ ਉਸ ਮਾਲਕ ਦੇ ਵਿੱਚ ਹੀ ਰਹਿ ਰਹੇ ਹਾਂ। ਅਤੇ ਇਸ ਕਰਕੇ ਗੁਰਮੁਖ ਪਿਆਰੋ, ਆਪਾਂ ਸਾਰੇ ਹੀ ਜੀਵ ਉਸ ਮਾਲਕ ਨਿਰੰਕਾਰ ਦੀ ਭਗਤੀ ਕਰੀਏ, ਤਾਂ ਜੋ ਆਪਣਾ ਵੀ ਜੀਵਨ ਸਫਲ ਹੋ ਜਾਵੇ ਅਤੇ ਆਪਣੇ ਪਰਿਵਾਰਾਂ ਦਾ ਜੀਵਨ ਵੀ ਆਪਾਂ ਸਫਲ ਕਰ ਸਕੀਏ। ਸੋ ਗੁਰਮੁਖ ਪਿਆਰੋ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਵਿਚਾਰ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਗੁਰੂ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।